Hello students, I hope you and your family is good at home. Welcome to plus 1 commerce class. This is the video related to the very first chapter of accountancy, that is meaning and objective of accountancy. Today we are going to discuss about the meaning, feature and objective of accountancy. Now let's start. ਇਹ ਸਾਡਾ ਅਕਾਊਂਟੈਂਸੀ ਦਾ ਪਹਿਲਾ ਚੈਪਟਰ, ਠੀਕ ਹੈ ਜੀ, ਜਿਸ ਦੇ ਵਿੱਚ ਅਸੀਂ ਇੰਟਰੋਡਕਸ਼ਨ ਕਰਾਂਗੇ ਅਕਾਊਂਟੈਂਸੀ ਦੀ, ਵੀ ਅਕਾਊਂਟਿੰਗ ਕੀ ਹੈ ਸਾਡੀ ਅਤੇ ਉਹਦੀ ਇੰਟਰੋਡਕਸ਼ਨ ਕੀ ਹੈ, ਅਸੀਂ ਉਸ ਦੇ ਬਾਰੇ ਸਟੱਡੀ ਕਰਾਂਗੇ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਅਸੀਂ ਮੀਨਿੰਗ ਸਮਝਦੇ ਵੀ ਅਕਾਊਂਟੈਂਸੀ ਦਾ ਮਤਲਬ ਕੀ ਹੁੰਦਾ, ਅਕਾਊਂਟਿੰਗ ਦਾ ਮਤਲਬ ਕੀ ਹੁੰਦਾ ਹੈਗਾ। ਠੀਕ ਹੈ ਜੀ, ਅਕਾਊਂਟਿੰਗ ਰਾਜੇ ਇੱਕ ਕਲਾ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿੰਨੀਆਂ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਸਾਡੇ ਬਿਜ਼ਨਸ ਦੇ ਵਿੱਚ ਹੋ ਰਹੀਆਂ ਨੇ, ਅਸੀਂ ਉਹਨਾਂ ਨੂੰ ਕੀ ਕਰਦੇ ਹਾਂ ਜੀ, ਪ੍ਰੋਪਰਲੀ ਬੁੱਕਸ ਦੇ ਵਿੱਚ ਰਿਕਾਰਡ ਕਰ ਦਿਆਂਗੇ, ਕਲਾਸੀਫਾਈ ਕਰ ਦਿਆਂਗੇ, ਸਮਰਾਈਜ਼ ਕਰ ਦਿਆਂਗੇ ਇਨ ਟਰਮਸ ਆਫ ਮਨੀ, ਪੈਸੇ ਦੀ ਫਾਰਮ ਦੇ ਵਿੱਚ ਉਹਨਾਂ ਨੂੰ ਰਿਕਾਰਡ ਕਰ ਦਿਆਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਰਿਜ਼ਲਟ ਵਗੈਰਾ ਸਾਡਾ ਆਉਂਦਾ ਹੈਗਾ ਉਸ ਨੂੰ ਅਸੀਂ ਕੀ ਕਰ ਦਿਆਂਗੇ ਜੀ, ਦੂਸਰੇ ਜਿਹੜੇ ਵੀ ਇੰਟਰਸਟਡ ਲੋਕ ਹੁੰਦੇ ਨੇਗੇ ਉਹਨਾਂ ਨੂੰ ਸ਼ੋਅ ਕਰ ਦਿੰਦੇ ਹਾਂ ਜੀ। ਠੀਕ ਹੈ ਜੀ, ਸਿੰਪਲ ਸ਼ਬਦਾਂ ਦੇ ਵਿੱਚ ਕਹੀਏ ਤਾਂ ਜਿੰਨੇ ਵੀ ਸਾਡੇ ਬਿਜ਼ਨਸ ਦੇ ਵਿੱਚ ਐਕਟੀਵਿਟੀਜ਼ ਹੋ ਰਹੀਆਂ ਨੇ, ਫਾਈਨੈਂਸ਼ੀਅਲ ਐਕਟੀਵਿਟੀਜ਼ ਹੋ ਰਹੀਆਂ ਨੇ ਪੈਸੇ ਨਾਲ ਰਿਲੇਟਡ, ਉਹਨਾਂ ਦਾ ਕੰਪਲੀਟ ਰਿਕਾਰਡ ਰੱਖਣਾ ਦੈਟ ਇਜ਼ ਦਾ ਅਕਾਊਂਟਿੰਗ, ਉਸਨੂੰ ਅਕਾਊਂਟਿੰਗ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਰਾਜੇ ਕਰੈਕਟਰਿਸਟਿਕਸ ਆਫ ਅਕਾਊਂਟਿੰਗ। ਠੀਕ ਹੈ ਜੀ, ਅਕਾਊਂਟਿੰਗ ਦੇ ਕਰੈਕਟਰਿਸਟਿਕਸ ਕੀ ਨੇਗੇ। ਸਭ ਤੋਂ ਪਹਿਲਾਂ ਹੈਗਾ ਜੀ ਅਕਾਊਂਟਿੰਗ ਇਜ਼ ਐਨ ਆਰਟ ਐਜ਼ ਵੈਲ ਐਜ਼ ਸਾਇੰਸ। ਠੀਕ ਹੈ ਜੀ, ਤਾਂ ਫਿਰ ਅਕਾਊਂਟਿੰਗ ਕਹਿੰਦੇ ਇੱਕ ਕਲਾ ਵੀ ਹੈ ਅਤੇ ਇੱਕ ਵਿਗਿਆਨ ਵੀ ਹੈ। ਕਲਾ ਕਿੱਦਾਂ ਹੈ, ਜਿੱਦਾਂ ਕਹਿੰਦੇ ਦੇਖੋ ਜੀ ਆਰਟ ਦੇ ਵਿੱਚ ਸਾਨੂੰ ਬਹੁਤ ਸਾਰਾ ਕੰਮ ਥਿਓਰੀਟੀਕਲੀ ਕਰਕੇ ਦੇਖਣਾ ਪੈਂਦਾ ਹੈ, ਉੱਦਾਂ ਹੀ ਅਕਾਊਂਟਿੰਗ ਦੇ ਵਿੱਚ ਵੀ ਸਾਨੂੰ ਬਹੁਤ ਸਾਰਾ ਕੰਮ ਥਿਓਰੀਟੀਕਲੀ ਬਾਈ ਹੈਂਡ ਕਰਕੇ ਦੇਖਣਾ ਪੈਂਦਾ ਹੈ, ਅਤੇ ਜਿਵੇਂ ਜਿਵੇਂ ਅਸੀਂ ਅਕਾਊਂਟਿੰਗ ਕਰੀ ਜਾਂਦੇ ਰਹਿੰਦੇ ਹਾਂ ਉਵੇਂ ਉਵੇਂ ਸਾਡੇ ਕੰਮ ਦੇ ਵਿੱਚ ਨਿਖਾਰ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਸਾਡੀ ਅਕਾਊਂਟਿੰਗ ਹੋਰ ਜ਼ਿਆਦਾ ਬੈਟਰ ਹੁੰਦੀ ਰਹਿੰਦੀ ਹੈਗੀ। ਉਸ ਤੋਂ ਬਾਅਦ ਦੇ ਵਿੱਚ ਜੀ ਸਾਡਾ ਨੈਕਸਟ ਰਿਕਾਰਡਿੰਗ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਓਨਲੀ, ਅਸੀਂ ਸਿਰਫ ਔਰ ਸਿਰਫ ਇਕੱਲੀਆਂ ਉਹੀ ਟ੍ਰਾਂਜੈਕਸ਼ਨਸ ਰਿਕਾਰਡ ਕਰਨੀਆਂ ਨੇਗੀਆਂ ਜਿਹੜੀਆਂ ਕਿ ਫਾਈਨੈਂਸ਼ੀਅਲ ਨੇਚਰ ਦੀਆਂ ਨੇ, ਮਤਲਬ ਕਿ ਜੋ ਪੈਸੇ ਦੇ ਵਿੱਚ ਮੈਯਰ ਹੋ ਸਕਦੀਆਂ ਨੇਗੀਆਂ, ਜਿਵੇਂ ਕਿੰਨਾ ਸਮਾਨ ਖਰੀਦਿਆ, ਕਿੰਨਾ ਸਮਾਨ ਵੇਚਿਆ, ਇਹ ਸਾਰੀਆਂ ਚੀਜ਼ਾਂ ਸਾਡੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਨੇ, ਇਹਨਾਂ ਨੂੰ ਅਸੀਂ ਰਿਕਾਰਡ ਕਰ ਸਕਦੇ ਹਾਂ। ਕੁਛ ਕੁ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਫਾਈਨੈਂਸ਼ੀਅਲ ਨੇਚਰ ਦੀਆਂ ਨਹੀਂ ਹੁੰਦੀਆਂ, ਜਿਵੇਂ ਕਿਸੇ ਨਾਲ ਸਾਡੀ ਯਾਰੀ ਦੋਸਤੀ ਹੋ ਗਈ, ਕਿਸੇ ਨਾਲ ਸਾਡਾ ਲੜਾਈ ਝਗੜਾ ਹੋ ਗਿਆ, ਇਸ ਤਰੀਕੇ ਦੀਆਂ ਜਿਹੜੀਆਂ ਸਾਡੀਆਂ ਆਈਟਮਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਪੈਸੇ ਦੇ ਵਿੱਚ ਮੈਯਰ ਨਹੀਂ ਕਰ ਸਕਦੇ, ਤਾਂ ਫਿਰ ਅਜੇ ਉਹਨਾਂ ਨੂੰ ਅਸੀਂ ਕੰਪਲੀਟਲੀ ਇਗਨੋਰ ਮਾਰਨਾ ਹੈਗਾ, ਉਹਨਾਂ ਨੂੰ ਅਸੀਂ ਅਕਾਊਂਟਿੰਗ ਦੇ ਵਿੱਚ ਰਿਕਾਰਡ ਨਹੀਂ ਕਰਨਾ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਰਿਕਾਰਡਿੰਗ ਇਨ ਟਰਮਸ ਆਫ ਮਨੀ। ਹੁਣ ਕੀ ਕਰਨਾ ਜਿਸ ਨੇ ਜਿੰਨੀਆਂ ਵੀ ਸਾਡੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਪੈਸੇ ਦੇ ਵਿੱਚ ਹੀ ਰਿਕਾਰਡ ਕਰਨਾ। ਦੋ ਚੀਜ਼ਾਂ ਨੇ ਦੇਖੋ ਰਾਜੇ, ਇੱਕ ਤਾਂ ਪੈਸੇ ਵਾਲੀਆਂ ਟ੍ਰਾਂਜੈਕਸ਼ਨਸ, ਮਨੀ ਵਾਲੀਆਂ, ਮਨੀ ਰਿਲੇਟਡ ਟ੍ਰਾਂਜੈਕਸ਼ਨਸ ਰਿਕਾਰਡ ਕਰਨੀਆਂ ਨੇ, ਦੂਸਰਾ ਇਨ ਟਰਮਸ ਆਫ ਮਨੀ ਹੀ ਕਰਨੀਆਂ ਨੇ। ਜਿਵੇਂ ਮੰਨ ਕੇ ਚੱਲੋ ਵੀ ਤੁਸੀਂ ਨੇ 2 ਕਾਰਸ ਖਰੀਦ ਲੀਆਂ 4 ਲੱਖ ਰੁਪੀਜ਼ ਦੀਆਂ, ਤਾਂ ਤੁਸੀਂ ਇਹ ਨਹੀਂ ਲਿਖ ਸਕਦੇ ਵੀ ਪਰਚੇਜ਼ਡ ਕਾਰਸ 2, ਨਹੀਂ ਜੀ, 2 ਨਹੀਂ ਆਏਗਾ, ਕਿੰਨੇ ਅਮਾਊਂਟ ਦੀਆਂ ਖਰੀਦੀਆਂ ਨੇ ਉਹ ਲਿਖੋ। ਠੀਕ ਹੈ ਨਾ ਜੀ, 4 ਲੱਖ ਦੀਆਂ ਖਰੀਦੀਆਂ ਤਾਂ ਲਿਖੋ ਪਰਚੇਜ਼ਡ ਕਾਰ 2। ਹਾਂਜੀ, ਨੈਕਸਟ ਆ ਗਿਆ ਸਾਡਾ ਫੀਚਰ ਜੀ ਕਲਾਸੀਫਾਈਂਗ। ਠੀਕ ਹੈ ਨਾ ਜੀ, ਕਲਾਸੀਫਾਈ ਕਰਨਾ। ਅਸੀਂ ਕੀ ਕਰਦੇ ਹਾਂ ਜੀ, ਜਿੰਨੀਆਂ ਵੀ ਸਾਡੀਆਂ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਪਹਿਲਾਂ ਉਹਨਾਂ ਨੂੰ ਰਿਕਾਰਡ ਕਰ ਦਿੰਦੇ ਹਾਂ, ਫਿਰ ਜਿਹੜੀਆਂ ਸਿਮੀਲਰ ਨੇਚਰ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਅਲੱਗ-ਅਲੱਗ ਕਲਾਸੀਫਾਈ ਕਰ ਦਿੰਦੇ ਹਾਂਗੇ, ਜਾਣੀ ਕਿ ਉਹਨਾਂ ਦੇ ਲੈਜਰ ਅਕਾਊਂਟ ਬਣਾ ਲੈਂਦੇ ਹਾਂਗੇ। ਲੈਜਰ ਅਕਾਊਂਟ ਦੇ ਵਿੱਚ ਕੀ ਕੀਤਾ ਜਾਂਦਾ ਰਾਜੇ, ਵੀ ਜਿਹੜੀਆਂ ਸਿਮੀਲਰ ਨੇਚਰ ਦੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਸੈਪਰੇਟਲੀ ਅਕਾਊਂਟਸ ਦੇ ਵਿੱਚ ਪਾ ਦਿੱਤਾ ਜਾਂਦਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਸਮਰਾਈਜ਼ਿੰਗ ਦਾ ਮਤਲਬ ਇਹ ਹੁੰਦਾ ਹੈਗਾ ਰਾਜੇ ਵੀ ਟਰਾਇਲ ਬੈਲੈਂਸ ਬਣਾਉਣਾ। ਜਿੰਨੇ ਵੀ ਸਾਡੇ ਲੈਜਰ ਅਕਾਊਂਟ ਬਣਾਏ ਗਏ ਨੇ ਅਸੀਂ ਸਾਲ ਦੇ ਐਂਡ 'ਤੇ ਕੀ ਕਰ ਦਿਆਂਗੇ, ਉਹਨਾਂ ਲੈਜਰ ਅਕਾਊਂਟਸ ਦਾ ਅਸੀਂ ਇੱਕ ਸਮਰੀ ਬਣਾ ਲੈਂਦੇ ਆਂਗੇ, ਇੱਕ ਪੇਜ ਦੇ ਉੱਤੇ ਉਹਨਾਂ ਦੇ ਕਲੋਜ਼ਿੰਗ ਬੈਲੈਂਸਿਸ ਨੂੰ ਲਿਖ ਲੈਂਦੇ ਆਂਗੇ, ਅਤੇ ਉਹ ਜਿਹੜੇ ਕਲੋਜ਼ਿੰਗ ਬੈਲੈਂਸਿਸ ਨੇ ਉਹਨਾਂ ਨੂੰ ਟਰਾਇਲ ਬੈਲੈਂਸ ਕਿਹਾ ਜਾਂਦਾ ਉਸ ਲਿਸਟ ਨੂੰ, ਜਿਸ ਦੇ ਉੱਤੇ ਸਾਰੇ ਸਾਡੇ ਕਲੋਜ਼ਿੰਗ ਬੈਲੈਂਸਿਸ ਲਿਖੇ ਜਾਂਦੇ ਨੇ। ਇਸ ਸਾਰੀ ਸਿਚੁਏਸ਼ਨ ਨੂੰ ਸਮਰਾਈਜ਼ਿੰਗ ਕਿਹਾ ਜਾਂਦਾ ਹੈ। ਠੀਕ ਹੈ ਜੀ, ਦੇਖੋ ਜੀ ਸਾਡਾ ਅਕਾਊਂਟਿੰਗ ਸਾਈਕਲ ਹੁੰਦਾ ਹੈਗਾ, ਇਹ ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨ ਹੁੰਦੀ ਹੈ ਸਾਡੇ ਬਿਜ਼ਨਸ 'ਚ, ਫਿਰ ਅਸੀਂ ਉਸ ਨੂੰ ਜਰਨਲ ਬੁੱਕ ਦੇ ਵਿੱਚ ਰਿਕਾਰਡ ਕਰ ਦਿਆਂਗੇ, ਇਸ ਨੂੰ ਬੁੱਕ ਆਫ ਓਰੀਜਨਲ ਐਂਟਰੀ ਵੀ ਕਿਹਾ ਜਾਂਦਾ ਹੈਗਾ ਜਰਨਲ ਨੂੰ। ਠੀਕ ਹੈ ਜੀ, ਫਿਰ ਅਸੀਂ ਕੀ ਕਰ ਦਿਆਂਗੇ ਜੀ, ਜਰਨਲ ਤੋਂ ਲੈਜਰ ਬਣਾਉਣੇ ਆਂਗੇ, ਲੈਜਰ ਤੋਂ ਟਰਾਇਲ ਬੈਲੈਂਸ ਬਣਦਾ, ਟਰਾਇਲ ਬੈਲੈਂਸ ਤੋਂ ਸਾਡੇ ਫਾਈਨਲ ਅਕਾਊਂਟ ਟਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਦਾ, ਬੈਲੈਂਸ ਸ਼ੀਟ ਬਣਦੀ ਹੈਗੀ ਸਾਲ ਦੇ ਐਂਡ 'ਤੇ, ਅਤੇ ਫਿਰ ਟ੍ਰਾਂਜੈਕਸ਼ਨ ਚੱਲ ਪੈਂਦੀਆਂ ਨੇਗੀਆਂ। ਠੀਕ ਹੈ ਜੀ,
ਜਿਹੜੇ ਟ੍ਰਾਂਜੈਕਸ਼ਨਸ ਨੇਗੀਆਂ ਸਾਡੀਆਂ, ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਾਊਚਰਸ ਦੇ ਉੱਤੇ ਰਿਕਾਰਡ ਕਰ ਦਿਆਂਗੇ। ਠੀਕ ਹੈ ਜੀ। ਫਿਰ ਅਸੀਂ ਉਹਨਾਂ ਨੂੰ ਵਾਊਚਰਸ ਤੋਂ ਕੀ ਕਰ ਦਿਆਂਗੇ ਜੀ, ਅੱਗੇ ਦੇਖ ਕੇ ਸ਼ਾਮ ਨੂੰ ਜਰਨਲ ਦੇ ਵਿੱਚ ਪਾਉਣੇ ਆਂਗੇ। ਫਿਰ ਮਹੀਨੇ ਦੇ ਐਂਡ 'ਤੇ ਅਸੀਂ ਲੈਜਰ ਬਣਾ ਦਿੰਦੇ ਆਂਗੇ, ਅਤੇ ਫਿਰ ਸਾਲ ਦੇ ਐਂਡ 'ਤੇ ਜਾਣੀ ਕਿ 31 ਮਾਰਚ ਨੂੰ ਅਸੀਂ ਕੀ ਕਰਦੇ ਹਾਂ, ਸਾਡਾ ਟਰਾਇਲ ਬੈਲੈਂਸ ਬਣਾਉਣੇ ਆ। ਫਿਰ ਟਰਾਇਲ ਬੈਲੈਂਸ ਨੂੰ ਦੇਖ ਕੇ ਸਾਡੇ ਫਾਈਨਲ ਅਕਾਊਂਟ ਤਿਆਰ ਕਰ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਇਹ ਗੱਲ ਧਿਆਨ 'ਚ ਰੱਖਣੀ ਹੈ ਰਾਜੇ ਵੀ ਜਾਣੀ ਕਿ ਸਾਡਾ ਅਕਾਊਂਟਸ ਦੇ ਵਿੱਚ ਸਾਡਾ ਜਿਹੜਾ ਸਾਲ ਹੈ 1 ਅਪ੍ਰੈਲ ਨੂੰ ਸਟਾਰਟ ਹੁੰਦਾ ਅਤੇ 31 ਮਾਰਚ ਨੂੰ ਜਾ ਕੇ ਖਤਮ ਹੁੰਦਾ ਹੈਗਾ। ਠੀਕ ਹੈ ਜੀ। ਇਹ ਸਾਡਾ ਫਾਈਨੈਂਸ਼ੀਅਲ ਈਅਰ ਹੁੰਦਾ ਹੈਗਾ। ਜਿਹੜਾ 1 ਜਨਵਰੀ ਤੋਂ ਚੱਲਦਾ ਹੈਗਾ ਅਤੇ 31 ਦਸੰਬਰ ਤੱਕ ਹੁੰਦਾ ਹੈ, ਉਸ ਨੂੰ ਕੈਲੰਡਰ ਈਅਰ ਕਿਹਾ ਜਾਂਦਾ ਹੈਗਾ। ਠੀਕ ਹੈ ਜੀ। ਕੋਈ ਕੰਪਲਸ਼ਨ ਨਹੀਂ ਹੈ ਵੀ ਹਾਂ ਇਸੇ ਤਰੀਕੇ ਦੇ ਨਾਲ ਹੀ ਫੋਲੋ ਕਰਨਾ ਹੈ। ਤੁਸੀਂ ਆਪਦੇ ਅਕਾਊਂਟਸ ਇਸ ਦੇ ਅਕੋਰਡਿੰਗ ਵੀ ਪ੍ਰਪੇਅਰ ਕਰ ਸਕਦੇ ਹੋਗੇ, ਬਟ ਸਾਡੇ ਜਿੰਨੇ ਵੀ ਹੈਗੇ ਨੇ ਕਿ ਸਾਰੇ ਮੋਸਟਲੀ ਸਾਡੇ ਇਸੇ ਹੀ ਈਅਰ ਨੂੰ ਫੋਲੋ ਕਰਦੇ ਨੇ। ਠੀਕ ਹੈ ਜੀ। 1 ਅਪ੍ਰੈਲ ਨੂੰ ਸਟਾਰਟਿੰਗ ਹੁੰਦੀ ਹੈਗੀ ਸਾਡੀ ਅਤੇ 31 ਮਾਰਚ ਨੂੰ ਈਅਰ ਕਲੋਜ਼ ਹੁੰਦਾ ਹੈਗਾ ਸਾਡਾ। ਇਸ ਤੋਂ ਬਾਅਦ ਦੇ ਵਿੱਚ ਨੈਕਸਟ ਆ ਗਿਆ ਜੀ ਇੰਟਰਪ੍ਰੇਟਿੰਗ ਦਾ ਰਿਜ਼ਲਟਸ। ਇਸ ਦੇ ਵਿੱਚ ਹੁੰਦਾ ਹੈਗਾ ਰਾਜੇ ਵੀ ਜਾਣੀ ਕਿ ਜਿੰਨੇ ਵੀ ਸਾਡਾ ਅਕਾਊਂਟਸ ਵਗੈਰਾ ਅਸੀਂ ਨੇ ਪ੍ਰਪੇਅਰ ਕਰੇ ਨੇ, ਹੁਣ ਉਹ ਦੇਖੋ ਸਾਨੂੰ ਤਾਂ ਕਮਰਸ਼ੀਅਲ ਨੂੰ ਤਾਂ ਆਪਣੀ ਲੈਂਗੁਏਜ ਦਾ ਪਤਾ ਹੁੰਦਾ, ਅਸੀਂ ਤਾਂ ਉਹਨਾਂ ਨੂੰ ਦੇਖ ਕੇ ਅੰਡਰਸਟੈਂਡ ਕਰ ਲਾਂਗੇ, ਬਟ ਹਰ ਕਿਸੇ ਨੂੰ ਅੰਡਰਸਟੈਂਡ ਨਹੀਂ ਹੁੰਦੀਆਂ, ਉਹ ਪਤਾ ਨਹੀਂ ਲੱਗਦਾ ਹੈਗਾ। ਤਾਂ ਫਿਰ ਕੀ ਕੀਤਾ ਜਾਂਦਾ ਹੈਗਾ ਰਾਜੇ, ਉਹਨਾਂ ਨੂੰ ਇਸੇ ਲੈਂਗੁਏਜ ਦੇ ਵਿੱਚ ਈਜ਼ੀ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ ਤਾਂ ਜੋ ਹਰ ਕੋਈ ਦੇਖ ਕੇ ਸਮਝ ਸਕੇ ਵੀ ਅਸੀਂ ਪ੍ਰੋਫਿਟ ਹੋ ਰਿਹਾ ਸਾਨੂੰ ਜਾਂ ਲੋਸ ਹੋ ਰਿਹਾ ਸਾਨੂੰ। ਤਾਂ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਸਾਡੀ ਕਿੱਦਾਂ ਦੀ, ਉਸ ਨੂੰ ਈਜ਼ੀ ਫਾਰਮ ਦੇ ਵਿੱਚ ਲਿਖ ਕੇ ਦੱਸਿਆ ਜਾਂਦਾ ਹੈਗਾ। ਉਸ ਤੋਂ ਬਾਅਦ 'ਚ ਕਮਿਊਨੀਕੇਟਿੰਗ ਦਾ ਮਤਲਬ ਹੁੰਦਾ ਹੈਗਾ ਵੀ ਜਿੰਨੇ ਵੀ ਸਾਡੇ ਰਿਜ਼ਲਟਸ ਆਏ ਨੇਗੇ, ਜੋ ਵੀ ਸਾਡੀਆਂ ਫਾਈਨਲ ਅਕਾਊਂਟਸ ਬਣੀਆਂ ਨੇ, ਫਿਰ ਉਹਨਾਂ ਨੂੰ ਇੰਟਰਸਟਿਡ ਪਾਰਟੀਜ਼ ਨੂੰ ਸ਼ੋਅ ਵੀ ਕਰਨਾ ਹੈਗਾ। ਇੰਟਰਸਟਿਡ ਪਾਰਟੀਜ਼ ਹੁੰਦੀਆਂ ਨੇਗੀਆਂ ਸਾਡੀਆਂ, ਜਿਵੇਂ ਕਿ ਓਨਰ ਹੋ ਗਿਆ, ਗਵਰਨਮੈਂਟ ਹੋ ਗਈ, ਟੈਕਸ ਅਥੋਰਿਟੀਜ਼ ਹੋ ਗਈਆਂ, ਤਾਂ ਉਹਨਾਂ ਨੂੰ ਫਿਰ ਅਸੀਂ ਸ਼ੋਅ ਕਰਦੇ ਹਾਂਗੇ। ਤਾਂ ਇਹ ਸੀਗੇ ਸਾਡੇ ਕਰੈਕਟਰਿਸਟਿਕਸ ਆਫ ਦਾ ਅਕਾਊਂਟਿੰਗ। ਹੁਣ ਅਸੀਂ ਕਰਾਂਗੇ ਜੀ ਸਾਡੇ ਆਬਜੈਕਟਿਵਸ ਆਫ ਅਕਾਊਂਟਿੰਗ, ਵੀ ਸਾਡਾ ਉਪਦੇਸ਼ ਕੀ ਹੈ, ਅਸੀਂ ਕਿਉਂ ਕਰਦੇ ਆਂਗੇ ਅਕਾਊਂਟਿੰਗ, ਕਿਉਂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਟੂ ਕੀਪ ਸਿਸਟੇਮੈਟਿਕ ਰਿਕਾਰਡ ਆਫ ਬਿਜ਼ਨਸ ਟ੍ਰਾਂਜੈਕਸ਼ਨ। ਦੇਖੋ ਰਾਜ ਸਾਡੇ ਬਿਜ਼ਨਸ ਦੇ ਵਿੱਚ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਤਾਂ ਸਾਰੀਆਂ ਨੂੰ ਵਰਬਲੀ ਯਾਦ ਰੱਖਣਾ, ਮਾਈਂਡ ਦੇ ਵਿੱਚ ਰੱਖਣਾ, ਇਟ ਇਜ਼ ਨਾਟ ਪੋਸੀਬਲ, ਉਹ ਹੋ ਹੀ ਨਹੀਂ ਸਕਦਾ। ਤਾਂ ਇਹਦੇ ਕਰਕੇ ਹੀ ਅਸੀਂ ਕੀ ਕਰਦੇ ਹਾਂ ਜੀ, ਸਾਡੇ ਕੋਲ ਕੰਪਲੀਟ ਅਤੇ ਸਿਸਟੇਮੈਟਿਕ ਰਿਕਾਰਡ ਬਣ ਜਾਂਦਾ ਹੈਗਾ ਅਕਾਊਂਟਿੰਗ ਦੇ ਨਾਲ, ਤਾਂ ਜੋ ਅਸੀਂ ਕਦੋਂ ਵੀ ਕਿਵੇਂ ਵੀ ਅਸੀਂ ਆਪਣੇ ਅਕਾਊਂਟਸ ਨੂੰ ਚੈੱਕ ਕਰਕੇ ਦੇਖ ਸਕਦੇ ਹਾਂਗੇ ਵੀ ਜੇ ਕੋਈ ਵੀ ਕੈਸ਼ ਇਨਫਲੋ ਜਾਂ ਆਊਟਫਲੋ ਹੋਇਆ, ਕੋਈ ਵੀ ਟ੍ਰਾਂਜੈਕਸ਼ਨ ਹੋਈ ਹੈ, ਉਹ ਕਿਸ ਦਿਨ ਹੋਈ ਹੈ, ਕਿਸ ਪਰਸਨ ਨਾਲ ਹੋਈ ਹੈ ਅਤੇ ਕਿਸ ਅਮਾਊਂਟ ਦੀ ਹੋਈ ਹੈਗੀ, ਉਹ ਸਾਨੂੰ ਈਜ਼ੀਲੀ ਪਤਾ ਚੱਲ ਜਾਂਦਾ। ਅਸੀਂ ਕਦੋਂ ਵੀ ਚੈੱਕ ਕਰ ਸਕਦੇ ਹਾਂ, ਚਾਹੇ ਤੁਸੀਂ 5 ਸਾਲ ਪੁਰਾਣੀ, 10 ਸਾਲ ਪੁਰਾਣੀ, ਜਿੰਨੀ ਮਰਜ਼ੀ ਪੁਰਾਣੀ ਟ੍ਰਾਂਜੈਕਸ਼ਨ ਨੂੰ ਚੈੱਕ ਕਰ ਲਓ। ਉਸ ਤੋਂ ਬਾਅਦ ਸੈਕਿੰਡ ਹੈਗਾ ਸਾਡਾ ਟੂ ਕੈਲਕੂਲੇਟ ਪ੍ਰੋਫਿਟ ਔਰ ਲੋਸ। ਠੀਕ ਹੈ ਜੀ। ਦੇਖੋ ਅਸੀਂ ਹੁਣ ਬਿਜ਼ਨਸ ਕਰ ਰਹੇ ਹਾਂ, ਜੇ ਸਾਨੂੰ ਪਤਾ ਹੀ ਨਹੀਂ ਚੱਲੂਗਾ ਵੀ ਬਿਜ਼ਨਸ ਦੇ ਵਿੱਚ ਸਾਨੂੰ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ, ਫਿਰ ਕੀ ਫਾਇਦਾ? ਕੋਈ ਫਾਇਦਾ ਨਹੀਂ ਨਾ ਬਿਜ਼ਨਸ ਕਰਨ ਦਾ। ਠੀਕ ਹੈ ਜੀ। ਤਾਂ ਸਾਨੂੰ ਅਕਾਊਂਟਿੰਗ ਦੇ ਨਾਲ ਹੀ ਪਤਾ ਚੱਲਦਾ ਹੈਗਾ ਵੀ ਸਾਨੂੰ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ। ਅਸੀਂ ਸਾਲ ਦੇ ਐਂਡ 'ਤੇ ਸਭ ਕੁਝ ਕੈਲਕੂਲੇਟ ਕਰਕੇ ਦੇਖ ਲੈਂਦੇ ਹਾਂ ਵੀ ਕਿੱਥੇ ਸਾਨੂੰ ਪ੍ਰੋਫਿਟ ਹੋਇਆ, ਕਿੱਥੇ ਸਾਨੂੰ ਲੋਸ ਹੋਇਆ, ਕਿੱਥੇ ਸਾਨੂੰ ਖਰਚੇ ਹੋਏ ਨੇ, ਕਿੱਥੇ ਸਾਨੂੰ ਇਨਕਮ ਹੋਇਆ, ਅਤੇ ਐਂਡ 'ਤੇ ਜਾ ਕੇ ਅਸੀਂ ਸਾਰਿਆਂ ਨੂੰ ਐਨਲਾਈਜ਼ ਕਰਕੇ ਦੇਖਦੇ ਹਾਂਗੇ ਵੀ ਇਨਕਮ ਸਾਨੂੰ ਕਿੱਥੋਂ ਹੋਈ ਹੈ, ਖਰਚੇ ਸਾਡੇ ਕਿੱਥੇ ਹੋਏ ਨੇ। ਜੇ ਤਾਂ ਇਨਕਮ ਜ਼ਿਆਦਾ ਹੈ, ਖਰਚੇ ਘੱਟ ਨੇ, ਤਾਂ ਉਹ ਪ੍ਰੋਫਿਟ ਹੋ ਗਿਆ। ਜੇ ਖਰਚੇ ਜ਼ਿਆਦਾ ਨੇ ਅਤੇ ਇਨਕਮ ਘੱਟ ਹੈ, ਤਾਂ ਫਿਰ ਸਾਨੂੰ ਲੋਸ ਹੋ ਗਿਆ। ਉਸ ਤੋਂ ਬਾਅਦ ਦੇ ਵਿੱਚ ਨੈਕਸਟ ਆ ਗਿਆ ਰਾਜੇ ਸਾਡਾ ਆਬਜੈਕਟਿਵ ਟੂ ਨੋ ਦਾ ਐਗਜ਼ੈਕਟ ਰੀਜ਼ਨ ਲੀਡਿੰਗ ਟੂ ਨੈਟ ਪ੍ਰੋਫਿਟ ਔਰ ਨੈਟ ਲੋਸ। ਦੇਖੋ ਹੁਣ ਸਾਨੂੰ ਪ੍ਰੋਫਿਟ ਹੋਇਆ ਤਾਂ ਉਹਦਾ ਵੀ ਕੋਈ ਕਾਰਨ ਹੋਊਗਾ, ਜੇ ਸਾਨੂੰ ਲੋਸ ਹੋਇਆ ਤਾਂ ਉਹਦਾ ਵੀ ਕੋਈ ਕਾਰਨ ਹੋਊਗਾ। ਤਾਂ ਫਿਰ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਸਾਨੂੰ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ, ਇਹ ਵੀ ਸਾਨੂੰ ਪਤਾ ਚੱਲਦਾ ਹੈਗਾ ਪ੍ਰੋਪਰ ਅਕਾਊਂਟਿੰਗ ਦੇ ਨਾਲ। ਜੇ ਅਸੀਂ ਨੇ ਪ੍ਰੋਪਰ ਅਕਾਊਂਟਿੰਗ ਕੀਤੀ ਹੋਊਗੀ ਤਾਂ ਸਾਨੂੰ ਸਭ ਪਤਾ ਲੱਗ ਜੂਗਾ। ਉਸ ਤੋਂ ਬਾਅਦ 'ਚ ਨੈਕਸਟ ਆਬਜੈਕਟਿਵ ਹੈ ਟੂ ਅਸਰਟੇਨ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ। ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਕਿੱਦਾਂ ਦੀ ਹੈ। ਠੀਕ ਹੈ ਜੀ। ਸਾਡੇ ਕੋਲ ਕਿੰਨੀਆਂ ਐਸੈਟਸ ਨੇ, ਕਿੰਨੀਆਂ ਲਾਇਬਿਲਿਟੀਜ਼ ਨੇ। ਠੀਕ ਹੈ ਜੀ। ਅਸੀਂ ਕਿੰਨਾ ਕੁ ਦੇਣਦਾਰੀਆਂ ਨੇ ਸਾਡੀਆਂ, ਅਸੀਂ ਲੋਕਾਂ ਨੂੰ ਕਿੰਨਾ ਕੁ ਪੈਸਾ ਦੇਣਾ ਜਾਂ ਲੋਕਾਂ ਤੋਂ ਕਿੰਨਾ ਕੁ ਪੈਸਾ ਲੈਣਾ ਹੈਗਾ, ਸਾਡੇ ਕੋਲ ਕਿੰਨੀਆਂ ਕੁ ਟੋਟਲ ਐਸੈਟਸ ਨੇ। ਇਹ ਸਾਰਾ ਕੁਝ ਸਾਨੂੰ ਸਾਡੇ ਫਾਈਨਲ ਅਕਾਊਂਟਸ ਦੇ ਨਾਲ ਹੀ ਪਤਾ ਚੱਲਦਾ ਹੈਗਾ। ਠੀਕ ਹੈ ਜੀ। ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਕਿੱਦਾਂ ਦੀ ਹੈ, ਇਹ ਸਾਨੂੰ ਪ੍ਰੋਪਰ ਅਕਾਊਂਟਿੰਗ ਕਰਕੇ ਹੀ ਪਤਾ ਚੱਲਦਾ ਹੈਗਾ। ਠੀਕ ਹੈ ਜੀ। ਕਿਉਂਕਿ ਅਸੀਂ ਹਰ ਸਾਲ ਦੇ ਐਂਡ 'ਤੇ ਸਾਡੀ ਬੈਲੈਂਸ ਸ਼ੀਟ ਬਣਾਉਂਦੇ ਹਾਂ, ਉਹਦੇ ਵਿੱਚ ਕੰਪਲੀਟ ਇਨਫੋਰਮੇਸ਼ਨ ਹੁੰਦੀ ਹੈ ਵੀ ਸਾਡੇ ਕੋਲ ਕਿੰਨੀਆਂ ਐਸੈਟਸ ਨੇ, ਕਿੰਨੀਆਂ ਲਾਇਬਿਲਿਟੀਜ਼ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਨੈਕਸਟ ਹੈਗਾ ਜੀ ਸਾਡਾ ਟੂ ਅਸਰਟੇਨ ਦਾ ਪ੍ਰੋਗਰੈਸ ਆਫ ਦਾ ਬਿਜ਼ਨਸ ਫਰੋਮ ਈਅਰ ਟੂ ਈਅਰ। ਠੀਕ ਹੈ ਜੀ। ਹੁਣ ਪਿਛਲੇ ਸਾਲ ਸਾਡਾ ਪ੍ਰੋਫਿਟ ਕਿੰਨਾ ਸੀਗਾ, ਇਸ ਸਾਲ ਸਾਡਾ ਪ੍ਰੋਫਿਟ ਕਿੰਨਾ ਹੈਗਾ, ਸਾਨੂੰ ਇਹ ਵੀ ਪ੍ਰੋਪਰ ਅਕਾਊਂਟਿੰਗ ਦੇ ਨਾਲ ਹੀ ਪਤਾ ਚੱਲਦਾ ਹੈਗਾ। ਜਿਵੇਂ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ, ਤੁਸੀਂ ਮੰਨ ਕੇ ਚੱਲੋ ਵੀ ਇਸ ਸਾਲ ਤੁਹਾਨੂੰ 4 ਲੱਖ ਰੁਪਏ ਦਾ ਪ੍ਰੋਫਿਟ ਹੋਇਆ।
ਵਧੀਆ ਹੈ ਜਾਂ ਘਟੀਆ ਹੈ? ਵਧੀਆ ਕਹਾਂਗੇ ਅਸੀਂ ਵੀ, ਸਾਨੂੰ ਵੀ 4 ਲੱਖ ਦਾ ਪ੍ਰੋਫਿਟ ਹੋਇਆ, ਬਹੁਤ ਵਧੀਆ ਗੱਲ ਹੈ। ਪਰ ਜਦੋਂ ਅਸੀਂ ਪਿਛਲੇ ਸਾਲ ਦੇ ਵਿੱਚ ਦੇਖਿਆ ਤਾਂ ਪਿਛਲੇ ਸਾਲ ਦੇ ਵਿੱਚ ਸਾਨੂੰ 7 ਲੱਖ ਰੁਪਏ ਦਾ ਪ੍ਰੋਫਿਟ ਹੋਇਆ ਸੀ। ਤਾਂ ਜਦੋਂ ਅਸੀਂ ਨੇ ਕੰਪੈਰੀਜ਼ਨ ਕਰਕੇ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਨਾ ਵੀ ਸਾਡੀ ਪਰਫਾਰਮੈਂਸ ਤਾਂ ਪਹਿਲਾਂ ਨਾਲੋਂ ਡਿਕਰੀਜ਼ ਹੋ ਗਈ। ਪਿਛਲੇ ਸਾਲ ਸਾਨੂੰ 7 ਲੱਖ ਰੁਪਏ ਦਾ ਪ੍ਰੋਫਿਟ ਹੋਇਆ ਸੀ, ਇਸ ਵਾਰ ਸਿਰਫ 4 ਲੱਖ ਦਾ ਹੋਇਆ। ਤਾਂ ਕਿਤੇ ਨਾ ਕਿਤੇ ਤਾਂ ਅਸੀਂ ਲੈਗ ਕਰ ਗਏ ਨਾ, ਠੀਕ ਹੈ ਨਾ ਜੀ। ਤਾਂ ਸਾਨੂੰ ਸਾਡੀ ਪਰਫਾਰਮੈਂਸ ਦਾ ਪਤਾ ਚੱਲ ਜਾਂਦਾ ਹੈਗਾ ਵੀ ਅਸੀਂ ਪਿਛਲੇ ਸਾਲ ਨਾਲੋਂ ਵਧੀਆ ਪਰਫਾਰਮ ਕਰ ਰਹੇ ਹਾਂ ਜਾਂ ਘਟੀਆ ਪਰਫਾਰਮ ਕਰ ਰਹੇ ਹਾਂ। ਉਸ ਤੋਂ ਬਾਅਦ ਦੇ ਵਿੱਚ ਟੂ ਪ੍ਰੀਵੈਂਟ ਐਂਡ ਡਿਟੈਕਟ ਦਾ ਐਰਰਸ ਐਂਡ ਫਰੋਡਸ, ਠੀਕ ਹੈ ਜੀ। ਤਾਂ ਜਿੰਨੇ ਵੀ ਸਾਡੇ ਐਰਰਸ ਹੋ ਰਹੇ ਨੇ, ਜਿੰਨੇ ਵੀ ਸਾਨੂੰ ਫਰੋਡਸ ਹੋ ਰਹੇ ਨੇਗੇ, ਠੀਕ ਹੈ ਨਾ ਜੀ, ਜੇ ਅਸੀਂ ਪ੍ਰੋਪਰ ਅਕਾਊਂਟਿੰਗ ਕਰਾਂਗੇ ਨਾ ਤਾਂ ਸਾਰਿਆਂ ਨੂੰ ਅਸੀਂ ਕੰਪਲੀਟਲੀ ਅਵੋਇਡ ਕਰ ਸਕਦੇ ਹਾਂ। ਕਿਉਂਕਿ ਜਦੋਂ ਹਰ ਚੀਜ਼ ਦਾ ਸਾਡੇ ਕੋਲ ਪ੍ਰੋਪਰ ਰਿਕਾਰਡ ਹੋਊਗਾ ਵੀ ਕਿੱਥੋਂ ਕਿੱਥੋਂ ਕੈਸ਼ ਆਇਆ, ਕਿੱਥੇ ਕਿੱਥੇ ਕੈਸ਼ ਗਿਆ, ਤਾਂ ਫਿਰ ਕੋਈ ਫਰੋਡ ਦਾ ਚਾਂਸਿਸ ਹੀ ਨਹੀਂ ਹੈਗੇ, ਠੀਕ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਟੂ ਪ੍ਰੋਵਾਈਡ ਇਨਫੋਰਮੇਸ਼ਨ ਟੂ ਵੇਰੀਅਸ ਪਾਰਟੀਜ਼, ਜਿਹੜੀਆਂ ਵੀ ਸਾਡੀਆਂ ਅਲੱਗ-ਅਲੱਗ ਪਾਰਟੀਜ਼ ਨੇਗੀਆਂ, ਠੀਕ ਹੈ ਨਾ ਜੀ, ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ। ਆਪਾਂ ਆਲਰੇਡੀ ਪਿੱਛੇ ਡਿਸਕਸ ਕਰਿਆ ਇਹ ਕਮਿਊਨੀਕੇਸ਼ਨ ਵਾਲੇ ਵਿੱਚ ਉਹੀ ਚੀਜ਼ ਹੈ। ਜਿੰਨੀਆਂ ਵੀ ਸਾਡੀਆਂ ਇੰਟਰਸਟਿਡ ਪਾਰਟੀਜ਼ ਨੇ ਉਹਨਾਂ ਨੂੰ ਅਸੀਂ ਨੇ ਸਾਡੇ ਬਿਜ਼ਨਸ ਬਾਰੇ ਨੌਲੇਜ ਦੇਣੀ ਹੈ, ਤਾਂ ਫਿਰ ਉਹ ਸਾਡਾ ਅਕਾਊਂਟਿੰਗ ਦੇ ਨਾਲ ਹੀ ਹੋਊਗਾ। ਅਸੀਂ ਉਹਨਾਂ ਨੂੰ ਅਕਾਊਂਟ ਸ਼ੋਅ ਕਰਾਂਗੇ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਅਸੀਂ ਪ੍ਰੋਫਿਟ 'ਚ ਚੱਲ ਰਹੇ ਹਾਂ ਜਾਂ ਲੋਸ 'ਚ ਚੱਲ ਰਹੇ ਹਾਂ, ਠੀਕ ਹੈ ਰਾਜੇ। ਤਾਂ ਰਾਜੇ ਇਹ ਸੀਗਾ ਸਾਡਾ ਅਕਾਊਂਟਿੰਗ ਦਾ ਮੀਨਿੰਗ, ਠੀਕ ਹੈ ਜੀ, ਉਹਦੇ ਫੀਚਰਸ ਅਤੇ ਉਹਦੇ ਓਬਜੈਕਟਿਵਸ। ਬਾਕੀ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ। ਸਟੇ ਹੋਮ, ਸਟੇ ਸੇਫ।